ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਆਫੀਸ਼ੀਅਲ 'ਚ ਤੁਹਾਡਾ ਸਵਾਗਤ ਹੈ। ਸੋ ਜਿਵੇਂ ਕਿ ਤੁਸੀਂ ਸੀਰੀਜ਼ ਦਾ ਨਾਮ ਦੇਖਿਆ ਸੀ ਦੀ ਬਾਤ ਨੂੰ ਬਕਵਾਸ, ਯਾਨੀ ਕਿ ਆਪਾਂ ਗੱਲਾਂ ਬਾਤਾਂ ਬਹੁਤ ਘੱਟ ਕਰਾਂਗੇ ਐਂਡ ਕੰਮ ਜ਼ਿਆਦਾ ਕਰਾਂਗੇ ਤਾਂ ਕਿ ਤੁਸੀਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਲੈ ਜਾਵੋ ਤੇ YouTube ਦਾ ਨਾਲ ਦੀ ਨਾਲ ਤੁਸੀਂ ਖੇੜਾ ਛੱਡ ਦੇਵੋ। ਯਾਨੀ ਕਹਿਣ ਦਾ ਮਤਲਬ ਜੋ ਇਨਫੋਰਮੇਸ਼ਨ ਲੈਣ ਆਏ ਹੋ ਬਸ ਉਹ ਇਨਫੋਰਮੇਸ਼ਨ ਲੈ ਕੇ ਆਪਣੀ ਪੜ੍ਹਾਈ ਕਰੋ, ਰਾਈਟ ਹੈ। ਸੋ ਆਫਲਾਈਨ ਜਾਂ ਆਨਲਾਈਨ ਟੈਸਟ ਸੀਰੀਜ਼ ਆਪਣੀ ਚੱਲਦੀ ਰਹਿੰਦੀ ਹੈ, ਰਾਈਟ ਹੈ। ਯਾਨੀ ਕਹਿਣ ਦਾ ਮਤਲਬ ਤੁਸੀਂ ਵੀ ਟੈਸਟ ਵਗੈਰਾ ਲਾਉਂਦੇ ਰਹੋਗੇ ਕਿਤੇ ਨਾ ਕਿਤੇ। ਸੋ ਆਪਾਂ ਇਹ ਕੁਐਸਚਨ ਜਿਹੜੇ ਕਰਾਂਗੇ ਐਂਡ ਇਹ ਬਹੁਤ ਵਧੀਆ ਕੁਐਸਚਨ ਕਰਾਂਗੇ ਤਾਂ ਕਿ ਤੁਹਾਨੂੰ ਇਹਦੇ ਨਾਲ ਹੋਰ ਵੀ ਇਨਫੋਰਮੇਸ਼ਨ ਮਿਲ ਜਾਵੇ, ਰਾਈਟ ਹੈ। ਸੋ ਚਲੋ ਆਪਾਂ ਸਿੱਧਾ ਸਟਾਰਟ ਕਰਦੇ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਦਬਾਇਆ ਕਰੋ। ਬਾਕੀ ਸਾਰੇ ਮਿੱਤਰਾਂ ਪਿਆਰਾਂ ਨੂੰ ਦੱਸੋ ਇਸ ਚੈਨਲ ਬਾਰੇ। ਚਲੋ ਖੈਰ, ਤਾਂ ਇਨ ਵਿਚ ਡਿਸਟ੍ਰਿਕਟ ਡੀਅਰ ਪਾਰਕ ਨੀਲੋਂ ਇਜ਼ ਸਿਚੁਏਟਡ, ਯਾਨੀ ਕਿਹੜਾ ਜਿਹੜਾ ਹਿਰਨ ਪਾਰਕ ਨੀਲੋਂ ਹੈ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਆ, ਯਾਨੀ ਮੋਹਾਲੀ ਦੇ ਵਿੱਚ, ਲੁਧਿਆਣੇ ਦੇ ਵਿੱਚ, ਪਟਿਆਲੇ ਦੇ ਵਿੱਚ ਤੇ ਬਠਿੰਡੇ ਦੇ ਵਿੱਚ। ਸੋ ਇਹਦਾ ਰਾਈਟ ਆਨਸਰ ਬਣ ਜਾਊਗਾ ਜੀ ਲੁਧਿਆਣਾ। ਸੋ ਇਹ ਰਾਈਟ ਆਨਸਰ ਹੈ ਲੁਧਿਆਣਾ, ਯਾਨੀ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਹੈਗਾ। ਹੁਣ ਇੱਥੋਂ ਕੁਐਸਚਨ ਕੀ ਪੁੱਛੇ ਜਾ ਸਕਦੇ, ਹਾਲਾਂਕਿ ਜਿਹੜੇ ਜ਼ੂ ਆ ਜਾਂ ਡੀਅਰ ਪਾਰਕ ਆ ਹੋਰ ਵੀ ਹੈਗੇ ਆ, ਬਠਿੰਡੇ ਆ, ਪਟਿਆਲੇ ਆ, ਛੱਤਬੀੜੀ ਯਾਨੀ ਮੋਹਾਲੀ ਆ, ਜਾਂ ਲੁਧਿਆਣਾ ਜ਼ੂ ਵੀ ਹੈਗਾ, ਰਾਈਟ। ਸੋ ਇਹ ਆਪਾਂ ਨੂੰ ਯਾਦ ਰੱਖਣੇ ਪੈਣਗੇ, ਪਰ ਇਹਨਾਂ ਦੇ ਨਾਲ ਨਾਲ ਆਪਾਂ ਨੂੰ ਇਹਨਾਂ ਦਾ ਐਸਟੈਬਲਿਸ਼ਮੈਂਟ ਈਅਰ ਯਾਦ ਰੱਖਣਾ ਪੈਣਾ, ਜਾਂ ਫਿਰ ਇਹਨਾਂ ਦੇ ਜਿਹੜੀ ਨੇੜੇ ਤੇੜੇ ਕੋਈ ਫੇਮਸ ਯਾਨੀ ਕੋਈ ਜਗ੍ਹਾ ਹੈਗੀ ਉੱਥੇ ਆਪਾਂ ਨੂੰ, ਜਿਵੇਂ ਕਿ ਫੋਰ ਐਗਜ਼ਾਮਪਲ ਡੀਅਰ ਪਾਰਕ ਨੀਲੋਂ ਇਹ ਕਿਹੜੀ ਕੈਨਾਲ ਤੇ ਸਥਿਤ ਆ, ਤਾਂ ਭਾਈ ਇਹ ਸਰਹਿੰਦ ਕੈਨਾਲ ਤੇ ਸਥਿਤ ਹੈ। ਸੋ ਇਹ ਪੁੱਛਿਆ ਜਾ ਸਕਦਾ ਹੈ। ਨਾਲ ਹੁਣ ਕਿਹੜੇ ਕਿਹੜੇ ਜ਼ੂ ਆਪਾਂ ਨੂੰ ਯਾਦ ਰੱਖਣੇ ਪੈਣਗੇ ਉਹ ਤੁਹਾਨੂੰ ਮੈਂ ਯਾਨੀ ਤੁਹਾਡੀ ਸੁਵਿਧਾ ਵਾਸਤੇ ਇੱਥੇ ਲਿਖਤੇ। ਜਿਵੇਂ ਕਿ ਇੱਥੇ ਡੀਅਰ ਪਾਰਕ ਨੀਲੋਂ ਦੀ ਹੀ ਗੱਲ ਹੋਈ ਹੈ, ਜਿਹੜਾ ਕਿ ਲੁਧਿਆਣੇ ਵਿਖੇ ਐਂਡ ਦੀ ਐਸਟੈਬਲਿਸ਼ਮੈਂਟ ਜਿਹੜੀ ਈਅਰ ਆ ਭਾਈ ਉਹ 1972 ਦੇ ਵਿੱਚ ਆ, ਸਰਹਿੰਦ ਕਨਾਲ ਤੇ ਇਹ ਸਥਿਤ ਆ। ਇਸੇ ਤਰੀਕੇ ਦੇ ਨਾਲ ਜਿਹੜਾ ਡੀਅਰ ਪਾਰਕ ਪਟਿਆਲੇ ਆ ਇਹ ਕਿੱਥੇ ਸਥਿਤ ਆ ਭਾਈ, ਮੋਤੀ ਬਾਗ, ਜਿਹੜੀ ਕਿ ਵਾਈਲਡ ਲਾਈਫ ਸੈਂਚੁਰੀ ਆ, ਯਾਨੀ ਕਹਿਣ ਦਾ ਮਤਲਬ ਇਹ ਪਟਿਆਲੇ ਵਿਖੇ ਸਥਿਤ ਆ ਤੇ ਇਹਦਾ ਜਿਹੜਾ ਐਸਟੈਬਲਿਸ਼ਮੈਂਟ ਈਅਰ ਆ ਭਾਈ ਉਹ ਜਿਹੜਾ ਹੈਗਾ 1968, ਰਾਈਟ ਹੋ ਗਿਆ। ਇਹ ਯਾਦ ਰੱਖਣਾ। ਇਸ ਤੋਂ ਬਾਅਦ ਡੀਅਰ ਪਾਰਕ ਜਿਹੜਾ ਭਾਈ ਆਪਣਾ ਇੱਥੇ ਸਪੈਲਿੰਗ ਗਲਤ ਹੋ ਗਈ, ਚਲੋ ਕੋਈ ਨਾ। ਡੀਅਰ ਪਾਰਕ ਜਿਹੜਾ ਬੀਰਤਲਾ ਬਠਿੰਡਾ ਹੈਗਾ ਤਾਂ ਇਹਦਾ ਐਸਟੈਬਲਿਸ਼ਮੈਂਟ ਈਅਰ 1978 ਬਸ, ਯਾਨੀ ਕਿ ਇਹ ਯਾਦ ਰੱਖਣਾ 1978, ਰਾਈਟ ਹੋ ਗਿਆ। ਇਸ ਤੋਂ ਬਾਅਦ ਜਿਹੜਾ ਕਿ MC ਜ਼ੂਲੋਜੀਕਲ ਪਾਰਕ ਮੋਹਾਲੀ ਆ ਗਿਆ। MC ਤੋਂ ਫੁੱਲ ਫਾਰਮ ਜ਼ਰੂਰ ਯਾਦ ਰੱਖਣਾ, ਮਹਿੰਦਰ ਚੌਧਰੀ, ਯਾਨੀ ਕਿ ਇਹਨਾਂ ਨੇ ਬੇਸਿਕਲੀ ਕੀ ਕਹਿੰਦੇ ਹੁੰਦੇ ਆ, ਇੱਕ ਕਮੇਟੀ ਸੀਗੀ ਜਦੋਂ ਬਣੀ ਸੀ ਇਸ ਪਾਰਕ ਨੂੰ ਬਣਾਉਣ ਵਾਸਤੇ, ਜ਼ੂ ਨੂੰ ਬਣਾਉਣ ਵਾਸਤੇ, ਤਾਂ ਉਸ ਕਮੇਟੀ ਦੇ ਹੈੱਡ ਸੀਗੇ। ਤਾਂ ਮੋਹਾਲੀ ਤਾਂ 1977 ਦੇ ਵਿੱਚ ਬੇਸਿਕਲੀ ਇਹਦੀ ਐਸਟੈਬਲਿਸ਼ਮੈਂਟ ਈਅਰ, ਰਾਈਟ ਹੈ। ਬਸ ਇਹ ਤੁਸੀਂ ਯਾਦ ਰੱਖਣਾ ਹੈ। ਇਹਦੇ ਨਾਲ ਇੱਕ ਜ਼ੂ ਹੋਰ ਯਾਦ ਰੱਖ ਲਓ ਜਿਹਦਾ ਨਾਮ ਆ ਜੀ ਲੁਧਿਆਣਾ ਜ਼ੂ। ਲੁਧਿਆਣਾ ਜ਼ੂ ਜਿਹੜਾ ਕਿ ਸਤਲੁਜ ਦੇ ਕੰਢੇ ਆ, ਰਾਈਟ ਹੈ, ਸਤਲੁਜ ਦੇ ਕੰਢੇ ਆ ਲੁਧਿਆਣਾ ਜ਼ੂ ਐਂਡ ਇਹਦੀ ਐਸਟੈਬਲਿਸ਼ਮੈਂਟ ਈਅਰ ਹੈ ਜਿਹੜੀ ਭਾਈ ਉਹ 1993 ਦੇ ਵਿੱਚ ਹੋਈ ਆ, ਰਾਈਟ। ਐਂਡ ਲੁਧਿਆਣਾ ਜਿਹੜਾ ਜ਼ੂ ਆ ਇਹ ਕਾਦੀਆਂ ਵਾਈਲਡ ਲਾਈਫ ਸੈਂਚੁਰੀ, ਕਾਦੀਆਂ ਵਾਈਲਡ ਲਾਈਫ ਸੈਂਚੁਰੀ ਦਾ ਇਹ ਪਾਰਟ ਹੈ, ਕਾਦੀਆਂ ਵਾਈਲਡ ਲਾਈਫ ਸੈਂਚੁਰੀ ਦਾ ਇਹ ਪਾਰਟ ਹੈ। ਦੁਬਾਰਾ ਡੀਅਰ ਪਾਰਕ ਨੀਲੋਂ ਲੁਧਿਆਣਾ, ਯਾਨੀ ਕਿ ਇਹਦੀ ਬਸ ਸਰਹਿੰਦ ਕਨਾਲ ਯਾਦ ਰੱਖਣਾ ਤੇ ਬਾਕੀ ਐਸਟੈਬਲਿਸ਼ਮੈਂਟ ਈਅਰ 1972 ਹੋ ਗਿਆ। ਮੋਤੀ ਬਾਗ ਪਟਿਆਲਾ 1968 ਦੇ ਵਿੱਚ, 78 ਦੇ ਵਿੱਚ ਬਠਿੰਡਾ ਤੇ 77 ਦੇ ਵਿੱਚ ਮੋਹਾਲੀ MC ਯਾਨੀ ਕਿ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ। ਲੁਧਿਆਣਾ ਜ਼ੂ ਆ ਜਿਹੜਾ ਸਤਲੁਜ ਆ 1993 ਦੇ ਵਿੱਚ ਐਸਟੈਬਲਿਸ਼ਮੈਂਟ ਈਅਰ ਹੋਈ ਆ ਤੇ ਕਾਦੀਆਂ ਵਾਈਲਡ ਲਾਈਫ ਸੈਂਚੁਰੀ ਦਾ ਇਹ ਪਾਰਟ ਹੈ। ਉਹ ਯਾਦ ਰਹਿ ਜੂ ਭਾਈ, ਹੈ ਨਾ। ਇਦੋਂ ਕੁਐਸਚਨ ਹੋਰ ਵਧੀਆ ਕੀ ਬਣ ਸਕਦਾ। ਚਲੋ ਖੈਰ, ਤਾਂ ਅਗਲੇ ਕੁਐਸਚਨ ਤੇ ਆਉਣੇ ਆ। ਤਾਂ ਦੇਖੋ ਕੁਐਸਚਨ ਬਹੁਤ ਹੀ ਵਧੀਆ ਹੈ। ਤਾਂ ਕੁਐਸਚਨ ਭਾਈ ਹੈਗਾ ਦਾ ਕਨਸੈਪਟ ਆਫ ਪੰਗਤ ਐਂਡ ਸੰਗਤ ਵਾਸ ਗਿਵਨ ਬਾਈ ਵਿਚ ਆਫ ਦਾ ਫੋਲੋਇੰਗ ਗੁਰੂ, ਰਾਈਟ। ਹੁਣ ਇਹਦਾ ਆਪਸ਼ਨ ਜਿਹੜੇ ਗੁਰੂ ਰਾਮਦਾਸ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਨਾਨਕ ਦੇਵ ਜੀ। ਇਸ ਕੁਐਸਚਨ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਹੋਰ ਪੁੱਛਦਾ, ਤੁਹਾਡੇ ਦਿਮਾਗ ਦੇ ਵਿੱਚ ਇਹ ਕੁਐਸਚਨ ਦਾ ਆਨਸਰ ਦੱਸੋ ਕੀ ਆਊਗਾ ਕਿ ਜੇਕਰ ਮੈਂ ਪੁੱਛਾਂ ਕਿ ਗੁਰਮੁਖੀ ਸਕ੍ਰਿਪਟ ਹੈ ਜਿਹੜੀ ਇੰਟਰੋਡਿਊਸ ਕਿਹਦੇ ਦੁਆਰਾ ਕੀਤੀ ਗਈ ਹੈ, ਜਾਂ ਗੁਰਮੁਖੀ ਸਕ੍ਰਿਪਟ ਹੈ ਜਿਹੜੀ ਉਹ ਪਪੂਲਰਾਈਜ਼ ਕਿਹਦੇ ਦੁਆਰਾ ਕੀਤੀ ਗਈ ਹੈ, ਰਾਈਟ ਹੈ। ਸੋ ਬਹੁਤ ਸਿੰਪਲ ਜੀ ਗੱਲ ਹੈ। ਪਹਿਲੀ ਗੱਲ ਤਾਂ ਗੁਰਮੁਖੀ ਸਕ੍ਰਿਪਟ ਜੇਕਰ ਇੰਟਰੋਡਿਊਸ ਆਵੇ ਕਦੇ ਵੀ ਤਾਂ ਗੁਰੂ ਨਾਨਕ ਦੇਵ ਜੀ ਆਨਸਰ ਆਉਣਾ ਚਾਹੀਦਾ, ਪਰ ਕਦੇ ਵੀ ਇਸ ਨੂੰ ਆਨਸਰ ਮੰਨਿਆ ਗਿਆ ਨਹੀਂ ਕਿਉਂਕਿ ਆਪਣੇ ਪੇਪਰਾਂ ਦੇ ਵਿੱਚ ਵੀ ਬਹੁਤ ਵਾਰ ਇਹ ਆਇਆ। ਪਰ ਗੁਰੂ ਅੰਗਦ ਦੇਵ ਜੀ ਆਨਸਰ ਇਸ ਕਰਕੇ ਆਉਂਦਾ ਕਿਉਂਕਿ ਗੁਰਮੁਖੀ ਸਕ੍ਰਿਪਟ ਹੈ ਜਿਹੜੀ ਉਸ ਨੂੰ ਪਪੂਲਰਾਈਜ਼ ਤੇ ਆਰਗੇਨਾਈਜ਼ ਕੀਤਾ ਸੀਗਾ ਗੁਰੂ ਅੰਗਦ ਦੇਵ ਜੀ ਨੇ। ਗੁਰਮੁਖੀ ਸਕ੍ਰਿਪਟ ਆਪਾਂ ਨੂੰ ਪਹਿਲਾਂ ਵੀ ਮਿਲਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਲਿਖਦੇ ਆ, ਉਹਨਾਂ ਦੀ ਬਾਣੀਆਂ ਨੂੰ ਜਦੋਂ ਇਕੱਠੇ ਕਰਦੇ ਗੁਰੂ ਅੰਗਦ ਦੇਵ ਜੀ, ਉਸ ਤੋਂ ਬਾਅਦ ਗੁਰਮੁਖੀ ਸਕ੍ਰਿਪਟ ਨੂੰ ਆਰਗੇਨਾਈਜ਼ ਕੀਤਾ ਜਾਂਦਾ, ਹੋਰ ਬਹੁਤ ਸਾਰੇ ਅੱਖਰਾਂ ਨੂੰ ਪਾਇਆ ਜਾਂਦਾ ਐਂਡ ਉਸ ਤੋਂ ਬਾਅਦ ਗੁਰਮੁਖੀ ਸਕ੍ਰਿਪਟ ਬਹੁਤ ਜ਼ਿਆਦਾ ਪਪੂਲਰ ਹੋ ਜਾਂਦੀ ਹੈ। ਇਸੇ ਕਰਕੇ ਗੁਰਮੁਖੀ ਸਕ੍ਰਿਪਟ ਦੇ ਪਿਤਾਮਾ ਜਾਂ ਕਹਿ ਲਓ ਵੀ ਉਸ ਨੂੰ ਪਪੂਲਰਾਈਜ਼ ਕੀਤਾ ਗੁਰੂ ਅੰਗਦ ਦੇਵ ਜੀ ਨੇ। ਉਸੇ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਦਾ ਵੀ ਕਨਸੈਪਟ ਆ ਜਿਹੜਾ ਸਟਾਰਟ ਕੀਤਾ ਸੀ, ਪਰ ਪਪੂਲਰ ਜਾ ਕੇ ਹੋਇਆ ਗੁਰੂ ਅਮਰਦਾਸ ਜੀ ਵੇਲੇ। ਇਸ ਕਰਕੇ ਆਨਸਰ ਆਊਗਾ ਗੁਰੂ ਅਮਰਦਾਸ ਜੀ। ਅਮਰਦਾਸ ਜੀ ਜਦੋਂ ਅਕਬਰ
ਆਉਂਦਾ ਬੇਸਿਕਲੀ ਪਹਿਲਾਂ ਪੰਗਤ ਤੇ ਫਿਰ ਸੰਗਤ ਵਾਲਾ ਕਨਸੈਪਟ ਜਦੋਂ ਲੈ ਕੇ ਆਉਂਦੇ ਆ, ਇਸ ਕਰਕੇ ਦਾ ਆਨਸਰ ਗੁਰੂ ਅਮਰਦਾਸ ਜੀ ਬਣ ਜਾਊਗਾ। ਬਾਕੀ ਫਿਰ ਮੈਂ ਗੱਲ ਕਹਿੰਦਾ ਕਿ ਡਿਪੈਂਡ ਕਰਦਾ ਹੁੰਦਾ ਐਗਜ਼ਾਮੀਨਰ ਤੇ ਕਿ ਉਹ ਕਿਸ ਸੋਚ ਦੇ ਨਾਲ ਤੇ ਕਿਸ ਸੋਰਸ ਤੋਂ ਪਾ ਰਿਹਾ ਹੈਗਾ, ਰਾਈਟ। ਸੋ ਇਹ ਮੈਂ ਤੁਹਾਨੂੰ ਦੋਨੇ ਚੀਜ਼ਾਂ ਦੱਸਤੀਆਂ। ਸੋ ਗੁਰੂ ਅਮਰਦਾਸ ਜੀ ਆਨਸਰ ਆ ਜਾਊਗਾ। ਹਾਂ, ਜੇਕਰ ਗੁਰਮੁਖੀ ਸਕ੍ਰਿਪਟ ਦੀ ਇੰਟਰੋਡਕਸ਼ਨ यानी इंट्रोड्यूस गुरु नानक देव जी आंसर PSSB ਜਾਂ ਕੋਈ ਵੀ ਐਗਜ਼ਾਮੀਨਰ ਦੇ ਦੇਵੇ ਤਾਂ ਫਿਰ ਇਹਦਾ ਵੀ ਆਨਸਰ ਗੁਰੂ ਨਾਨਕ ਦੇਵ ਜੀ ਆ ਸਕਦਾ ਹੈ ਨਾ। ਪਰ ਉਹੀ ਗੱਲ ਆ ਵੀ ਅੱਜ ਤੱਕ ਇਸ ਕੁਐਸਚਨ ਨੂੰ ਮੰਨਿਆ ਨਹੀਂ ਗਿਆ। ਗੁਰੂ ਅੰਗਦ ਦੇਵ ਜੀ ਨੂੰ ਗੁਰਮੁਖੀ ਸਕ੍ਰਿਪਟ ਦਾ ਪਿਤਾਮਾ ਜਾਂ ਆਪਾਂ ਇੰਟਰੋਡਿਊਸ ਦੀ ਗੱਲ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਫਿਰ ਗੁਰੂ ਅਮਰਦਾਸ ਜੀ ਵੀ ਆ ਜਾਊਗਾ। ਸਮਝ ਲੱਗ ਗਈ। ਬਾਕੀ ਫਿਰ ਗੱਲ ਕਰਦਾ ਕਿ ਐਗਜ਼ਾਮੀਨਰ ਤੇ ਹੀ ਡਿਪੈਂਡ ਕਰਦਾ। ਤੁਹਾਨੂੰ ਮੈਂ ਕਨਸੈਪਟ ਦੱਸਦਾ ਇੱਕ ਵਾਰੀ, ਰਾਈਟ ਹੋ ਗਿਆ। ਬਾਕੀ ਜਦੋਂ ਵੀ ਕਿਸੇ ਵੀ ਗੁਰੂ ਬਾਰੇ ਆਪਾਂ ਪੜ੍ਹੀਏ ਤਾਂ ਉਸ ਗੁਰੂ ਬਾਰੇ ਯਾਨੀ ਕਿ ਬਾਕੀ ਜਿਹੜੀ ਨੌਲੇਜ ਆ ਉਸ ਨੂੰ ਨਾਲ ਦੀ ਨਾਲ ਹੀ ਇਕੱਠਾ ਕਰ ਲੈਣਾ ਚਾਹੀਦਾ ਤਾਂ ਕਿ ਉੱਥੋਂ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾ ਸਕਣ ਤੇ ਆਪਾਂ ਆਨਸਰ ਲਾ ਸਕੀਏ। 1479 ਦੇ ਵਿੱਚ ਇਹਨਾਂ ਦਾ ਜਨਮ ਹੁੰਦਾਗਾ। ਕਿੱਥੇ ਹੁੰਦਾਗਾ? ਭਈ ਬਾਸਰਕੇ ਯਾਨੀ ਕਿ ਅੰਮ੍ਰਿਤਸਰ ਵਿਖੇ ਇਹਨਾਂ ਦਾ ਜਨਮ ਹੁੰਦਾਗਾ। ਤੇਜਭਾਨ ਜੀ ਹਨਾ, ਤੇਜਭਾਨ ਦੇ ਘਰ ਹੁੰਦਾਗਾ। ਬੀਬੀ ਸੁਲੱਖਣੀ ਇਹਨਾਂ ਦੀ ਮਾਤਾ ਦਾ ਨਾਮ, ਬੀਬੀ ਸੁਲੱਖਣੀ ਇਹਨਾਂ ਦੀ ਮਾਤਾ ਦਾ ਨਾਮ। ਮਨਸਾ ਦੇਵੀ ਜਿਨ੍ਹਾਂ ਨਾਲ ਇਹਨਾਂ ਦਾ ਵਿਆਹ ਹੁੰਦਾ, ਮਨਸਾ ਦੇਵੀ ਦਾ ਜਿਹੜਾ ਨਾਮ ਆਪਾਂ ਨੂੰ ਕਿਤੇ ਕਿਤੇ ਰਾਮ ਕੌਰ ਜੀ ਵੀ ਦਿਖਦਾਗਾ, ਰਾਮ ਕੌਰ ਜੀ, ਰਾਈਟ। ਯਾਨੀ ਜੋ ਇਹਨਾਂ ਦੀ ਸੰਤਾਨ ਹੈ, 2 ਬੇਟੇ ਤੇ 2 ਬੇਟੀਆਂ, ਉਹਨਾਂ ਦਾ ਨਾਮ ਯਾਦ ਰੱਖਣਾਗਾ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਰਾਈਟ। ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ। ਸੋ ਇਹ ਤੁਸੀਂ ਯਾਦ ਰੱਖ ਸਕਦੇ ਹੋ, ਰਾਈਟ। ਸੋ ਇਹ ਕਿਉਂਕਿ ਪੁੱਛੇ ਜਾਂਦੇ ਆ ਭਾਈ, ਨਾਲ ਦੀ ਨਾਲ ਦੇਖੋ, ਨਾਲ ਦੀ ਨਾਲ ਹੀ ਦਿਮਾਗ ਦੇ ਵਿੱਚ ਆ ਜਾਣਾ। ਸਭ ਤੋਂ ਵੱਡੀ ਉਮਰ ਦੀ ਯਾਨੀ ਵੱਡੇ ਉਮਰ ਦੇ ਸੀਗੇ ਜਦੋਂ ਇਹਨਾਂ ਨੂੰ ਗੁਰਗੱਦੀ ਮਿਲੀ ਆ। ਐਂਡ ਗੁਰਗੱਦੀ ਮਿਲਣ ਵੇਲੇ ਆਪਾਂ ਨੂੰ ਪੁੱਛਿਆ ਜਾਂਦਾ ਹੁੰਦਾ ਵੀ ਇਹ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਸੀ, ਯਾਨੀ ਗੁਰੂ ਮਿਲਾਪ ਕਿੱਥੇ ਹੋਇਆ ਸੀ? ਤਾਂ ਖਡੂਰ ਸਾਹਿਬ ਵਿਖੇ ਹੋਇਆ ਸੀ, ਜਿੱਥੇ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਨੂੰ ਗੁਰਗੱਦੀ ਸੌਂਪੀ ਹੈ, ਰਾਈਟ। ਸੋ ਯਾਦ ਰੱਖਣਾ ਜਿਹੜਾ ਗੁਰਗੱਦੀ ਦਾ ਟਾਈਮ ਪੀਰੀਅਡ 1552 ਤੋਂ ਲੈ ਕੇ 1574 ਤੱਕ ਦਾ ਹੈ। 1479 ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਇਹ ਜ਼ਰੂਰ ਯਾਦ ਰੱਖਣਾ ਹੈ। 1552 ਤੋਂ ਲੈ ਕੇ 1574 ਤੱਕ ਇਹ ਗੁਰਗੱਦੀ ਤੇ ਰਹੇ। ਇਸ ਤੋਂ ਬਾਅਦ ਤਾਂ ਫਿਰ ਗੁਰੂ ਰਾਮਦਾਸ ਜੀ ਆ ਗਏ। ਸਮਝ ਲੱਗ ਗਈ। ਹੁਣ ਜੇਕਰ ਆਪਾਂ ਮੰਜੀ ਸਿਸਟਮ ਦੀ ਗੱਲ ਕਰੀਏ ਤਾਂ ਮੰਜੀ ਸਿਸਟਮ ਦੀ ਜਿਹੜੀ ਨੀਂਹ ਰੱਖੀ ਹੈ ਜਾਂ ਐਸਟੈਬਲਿਸ਼ਮੈਂਟ ਕੀਤੀ ਹੈ ਉਹ ਇਹਨਾਂ ਨੇ ਕੀਤੀ ਹੈ। ਐਂਡ ਕਿੰਨੀਆਂ ਮੰਜੀਆਂ ਸੀ? 22 ਮੰਜੀਆਂ ਸੀ। ਮੰਜੀ ਸਿਸਟਮ ਦੇ ਨਾਲ ਹੀ ਇੱਕ ਪੀਰੀ ਸਿਸਟਮ ਆਉਂਦਾਗਾ। ਪੀਰੀ ਸਿਸਟਮ ਕੀ ਹੈ? ਜਿਹਦੇ ਵਿੱਚ ਔਰਤਾਂ ਨੂੰ ਬੜਾਵਾ ਦਿੱਤਾ ਗਿਆ, ਯਾਨੀ ਕਹਿਣ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਵੀ ਬੰਦੇ ਤੇ ਔਰਤ ਦੇ ਵਿੱਚ ਕੋਈ ਫਰਕ ਨਹੀਂ। ਗੁਰੂ ਨਾਨਕ ਦੇਵ ਜੀ ਨੇ ਔਰਤ ਦਾ ਕੱਦ ਬਹੁਤ ਉੱਚਾ ਕੀਤਾ, ਤਾਂ ਗੁਰੂ ਅਮਰਦਾਸ ਜੀ ਨੇ ਜਿਵੇਂ ਮੰਜੀ ਸਿਸਟਮ ਦੇ ਵਿੱਚ ਜਿਹੜੇ ਬੰਦੇ ਸੀਗੇ ਬੇਸਿਕਲੀ ਉਹ ਸਿੱਖੀਜ਼ਮ ਦਾ ਪ੍ਰਚਾਰ ਕਰਦੇ ਸੀ, ਉਸੇ ਤਰੀਕੇ ਦੇ ਨਾਲ ਪੀਰੀ ਸਿਸਟਮ ਦੇ ਵਿੱਚ ਔਰਤਾਂ ਨੂੰ ਲੀਡਰ ਬਣਾਇਆ ਗਿਆ, ਯਾਨੀ ਕਿ ਉਹ ਸਿੱਖੀਜ਼ਮ ਦਾ ਪ੍ਰਚਾਰ ਕਰਦੇ ਸੀ। ਸੋ ਇਹ ਯਾਦ ਰੱਖਣਾ। ਐਂਡ ਔਰਤਾਂ ਜਿਹੜੀਆਂ ਯਾਨੀ ਪੀਰੀ ਸਿਸਟਮ ਦੇ ਵਿੱਚ ਜਿਹੜੇ ਕਹਿ ਲਓ ਵੀ ਮੇਲ ਫੀਮੇਲ ਦੋਨੇ ਸੀ ਬੇਸਿਕਲੀ। ਐਂਡ ਕੁੱਲ ਮਿਲਾ ਕੇ ਕਿੰਨੇ ਸੀ? 146। ਐਂਡ ਜੇਕਰ ਮੇਲ ਫੀਮੇਲ ਦੀ ਗੱਲ ਕਰੀ ਜਾਵੇ ਤਾਂ 94 + 52 ਸੀ, ਯਾਨੀ ਫੀਮੇਲ 52 ਤੇ 94 ਮੇਲ। ਇਹ ਵੀ ਪੁੱਛਿਆ ਜਾ ਸਕਦਾ ਹੈ, ਰਾਈਟ। ਸੋ ਮੇਰੇ ਹਿਸਾਬ ਦੇ ਨਾਲ ਇਨਫ ਹੈ ਇੰਨੀ ਇਨਫੋਰਮੇਸ਼ਨ। ਮੰਜੀ ਸਿਸਟਮ ਦੇ ਨਾਲ ਨਾਲ ਪੀਰੀ ਸਿਸਟਮ ਜ਼ਰੂਰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀ ਤਾਂ ਗੋਇੰਦਵਾਲ ਵਿਖੇ ਬੇਸਿਕਲੀ ਜਿਹੜਾ ਹੈਗਾ ਬੌਲੀ ਦਾ ਨਿਰਮਾਣ ਕਰਵਾਇਆ ਹੈ ਨਾ, ਬੌਲੀ ਦਾ ਨਿਰਮਾਣ ਕਰਵਾਇਆ। ਇਹ ਯਾਦ ਰੱਖਣਾ, ਬੌਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਵੇਲੇ, ਰਾਈਟ ਹੋ ਗਿਆ। ਇਹ ਯਾਦ ਰੱਖ ਸਕਦੇ ਹੋ। ਕਿੰਨੀਆਂ ਪੌੜੀਆਂ ਸੀਗੀਆਂ? 84 ਸਟੈਪ ਸੀ, ਰਾਈਟ। 84 ਪੌੜੀਆਂ, ਰਾਈਟ। ਸੋ ਇਹ ਹੋ ਗਿਆ ਭਾਈ। ਆਨੰਦ ਕਾਰਜ ਹੋ ਗਏ। ਆਨੰਦ ਸਾਹਿਬ ਦੇ ਵਿੱਚ ਇਹਨਾਂ ਦੇ ਕਿੰਨੇ ਸ਼ਬਦ ਆ? ਬੇਸਿਕਲੀ 907, ਯਾਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਕਿੰਨੇ ਸ਼ਬਦ ਹੈ? 907। ਆਨੰਦ ਸਾਹਿਬ, ਆਨੰਦ ਕਾਰਜ ਯਾਦ ਰੱਖ ਸਕਦੇ ਹੋ। ਦੇਖੋ ਭਾਈ ਸਾਰੀ ਡਿਟੇਲ ਤੁਹਾਡੇ ਸਾਹਮਣੇ ਮੈਂ ਲਿਖਤੀ, ਮੇਰੇ ਹਿਸਾਬ ਦੇ ਨਾਲ ਤੁਸੀਂ ਹੁਣ ਕਦੇ ਵੀ ਨਹੀਂ ਭੁੱਲੋਗੇ, ਰਾਈਟ ਹੋ ਗਿਆ। ਸੋ ਗੁਰੂ ਅਮਰਦਾਸ ਜੀ। ਅੱਛਾ, ਇੱਕ ਚੀਜ਼ ਹੋਰ ਵੀ ਯਾਦ ਰੱਖ ਸਕਦੇ ਹੋ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਪੀਰੀ ਸਿਸਟਮ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਬੇਸਿਕਲੀ ਸਿੱਖੀਜ਼ਮ ਦਾ ਪ੍ਰਚਾਰ ਕਰਦੇ ਸੀ, ਉਹਨਾਂ ਨੂੰ ਲੀਡਰ ਬਣਾਇਆ ਜਾਂਦਾ ਸੀਗਾ। ਤਾਂ ਕਸ਼ਮੀਰ ਤੇ ਕਾਬੁਲ ਦੀਆਂ 2 ਫੀਮੇਲ ਆ, ਉਹਨਾਂ ਨੂੰ ਲੀਡਰ ਬਣਾਇਆ ਗਿਆ ਸੀ। ਉਹਨਾਂ ਦੇ ਨਾਮ ਜ਼ਰੂਰ ਯਾਦ ਰੱਖਣੇ ਆ। ਤਾਂ ਉਹਨਾਂ ਦਾ ਨਾਮ ਜਿਹੜਾ ਸੀਗਾ ਭਾਈ, ਇੱਕ ਤਾਂ ਮਾਈ ਭਾਗ ਭਰੀ ਆਫ ਕਸ਼ਮੀਰ, ਮਾਈ ਭਾਗ ਭਰੀ ਕਸ਼ਮੀਰ ਤੋਂ, ਰਾਈਟ। ਅਤੇ ਦੂਸਰਾ ਮਾਈ ਸੇਵਾ ਕਾਬੁਲ ਤੋਂ, ਰਾਈਟ। ਸੋ ਯਾਦ ਰੱਖ ਸਕਦੇ ਹੋ, ਮੇਰੇ ਹਿਸਾਬ ਦੇ ਨਾਲ ਇਨਫ ਹੈ। ਓਕੇ ਭਾਈ ਕੰਮ। ਇਸ ਤੋਂ ਬਾਅਦ ਆ ਗਿਆ ਜੀ ਸਾਹਿਬ ਚੰਦ, ਹੂ ਵਾਜ਼ ਵਨ ਆਫ ਦਾ 5 ਪਿਆਰੇ। 5 ਪਿਆਰੇ ਕਿਹਨਾਂ ਨੇ ਥਾਪੇ ਸੀ? ਗੁਰੂ ਗੋਬਿੰਦ ਸਿੰਘ ਜੀ ਨੇ, ਰਾਈਟ। ਖਾਲਸਾ ਪੰਥ ਦੀ ਸਥਾਪਨਾ ਹੋਈ ਹੈ ਤਾਂ ਲਾਹੌਰ, ਦਿੱਲੀ, ਗੁਜਰਾਤ ਤੇ ਕਰਨਾਟਕਾ। ਸੋ ਕਿੱਥੋਂ ਸੀਗੇ ਭਾਈ? ਇਹ ਕਰਨਾਟਕਾ ਤੋਂ। ਇਹ ਯਾਦ ਰੱਖ ਸਕਦੇ ਹੋ। ਹੁਣ ਅੱਜ ਕੱਲ ਇਹਨਾਂ ਦੇ ਵੀ ਜਨਮ, ਪਿਤਾ, ਮਾਤਾ ਬਾਰੇ ਪੁੱਛਣ ਲੱਗ ਗਏ। ਸੋ ਆਪਾਂ ਕਰ ਲੈਨੇ ਬੇਸਿਕਲੀ, ਠੀਕ ਹੈ। ਜਿਵੇਂ ਕਿ ਤੁਹਾਨੂੰ ਮੈਂ ਇੱਥੇ 5 ਪਿਆਰੇ ਦੱਸਦੇ। ਭਾਈ ਦਇਆ ਰਾਮ ਕਿੱਥੋਂ ਹੈ? ਲਾਹੌਰ ਤੋਂ, ਰਾਈਟ। ਧਰਮਦਾਸ ਜੀ ਕਿੱਥੋਂ ਹੈ? ਦਿੱਲੀ, ਹਸਤੀਨਾਪੁਰ। ਇਹਨਾਂ ਦੇ ਜਨਮ ਸਥਾਨ ਜ਼ਰੂਰ ਯਾਦ ਰੱਖਣਾ, ਹਸਤੀਨਾਪੁਰ। ਮੁਹਕਮ ਚੰਦ ਗੁਜਰਾਤ, ਦਵਾਰਕਾ ਵਿਖੇ ਜਨਮ ਹੋਇਆ। ਸਾਹਿਬ ਚੰਦ ਕਰਨਾਟਕਾ, ਬਿਦਰ ਵਿਖੇ ਜਨਮ ਹੋਇਆ। ਹਿੰਮਤ ਰਾਏ ਉੜੀਸਾ, ਜਗਨਨਾਥ ਤੇ ਜਨਮ ਹੋਇਆ। ਸੋ ਇਹ ਯਾਦ ਰੱਖਣੇ ਜ਼ਰੂਰੀ, ਕਾਫੀ ਇੰਪੋਰਟੈਂਟ ਆ। ਹੁਣ ਜੇਕਰ ਆਪਾਂ
दया राम जी की गल करिए, दया राम जी की गल करिए, नोट कर सकते हो भाई। तो दया राम जी भाई भाई सुधो, भाई सुधो जी के घर यानी इन्हों का जन्म होया 1669 के जन्म होया। तो माता का नाम जोड़ा सीगा जी माई दयाली जी, माता का नाम माई दयाली जी, ये याद रख सकते हो राइट। इस तो बाद आप धर्मदास जी की गल करिए, धर्मदास जी की गल कर लेने भाई। अच्छा एक चीज़ बहुत इंपॉर्टेंट है, 50 प्यारिਆਂ ਦੇ ਵਿੱਚੋਂ जथेदार कौन सी, लीडर कौन सीगा? तब दया राम जी है ना, दया राम जी 50 प्यारिਆਂ ਦੇ लीडर सी यानी कि जथेदार सी। सो ये याद रख सकते हो राइट, काफ़ी इंपॉर्टेंट है। बाकी आ याद रख लो भाई 1662 1663 ਤੇ 1661 ਤੇ 1666 जन्म ਤੇ 1669 राइट। ये जन्म जोड़े है साल तुहानूं याद रखने पैणगे, काफ़ी इंपॉर्टेंट है। बाकी इन्हों की डिटेल कदे ना कदे आपां होर कर लांगे, बट तुहानूं मैं इंपॉर्टेंट दसता कि आह पूछे जा सकते। लीडर दया राम जी हो गए 1669 1666 ਦੇ ਵਿੱਚ, धर्मदास जी 1662 ਦੇ ਵਿੱਚ, मोहकम जी साहब चंद 1663, हिम्मत राय 1661 राइट। क्योंकि अजकल इत्थों क्वेश्चन पूछे जाते सो भाई ये याद रख सकते हो। बाकी फिर मैं कहना कि इन्हों के जोड़े ईयर है साल है इन्हों लैके भी कितना कितने होर किताबों के माड़ा मोटा इधर उधर हो सकता, बस तुम नेड़े तेड़े याद रखो क्योंकि ऑप्शनों के तुहानूं मिल जाना आंसर। ठीक हो गया भाई। अगला देखो भाई, अगला क्वेश्चन तत् खालसा, तत् खालसा बिलीवड इन द प्रिंसीपल ऑफ, तत् खालसा ने यानी सिद्धांतां विच पहरा दिता, किहड़े किहड़े किहदे सिद्धांतां ते पहरा दिता? सो देखो भाई दो अपने जदों बेसिकली तुसीं ऐ कह लो भी बाबा बंदा सिंह बहादुर तो बाद जिहड़ा सिखिज़म सी बेसिकली वो दो हिस्सों में वंडिया गया सी। कुछ तो बाबा बंदा सिंह बहादुर के पैरोकार बन गए, कुछ गुरु गोबिंद सिंह जी के पाड़ पाता सी बेसिकली राइट। सो वो दो हिस्से किहड़े बने सीगे, एक तो तत् खालसा बन गया सी ते एक बंदाई खालसा बन गया सी। ਜਿਹੜੇ बंदाई खालसा सीगे ये बाबा बंदा सिंह बहादुर ਨੂੰ फॉलो करते सी, ते ਜਿਹੜੇ तत् खालसा सी बेसिकली ਇਹ ਜਿਹੜੇ ਸੀਗੇ ਭਾਈ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੇ ਹੈਗੇ ਗੋਬਿੰਦ ਸਿੰਘ ਜੀ ਨੂੰ ਬੇਸਿਕਲੀ ਫੋਲੋ ਕਰਦੇ ਸੀ। ਐਂਡ ਇਹਨਾਂ ਦੇ ਕੱਪੜੇ ਜਿਹੜੇ ਸੀਗੇ ਉਹ ਨੀਲੇ ਚੋਲੇ ਪਾਉਂਦੇ ਸੀ ਤੇ ਉਹ ਲਾਲ ਚੋਲੇ ਪਾਉਂਦੇ ਸੀ, ਰੈੱਡ ਚੋਲੇ ਪਾਉਂਦੇ ਸੀ ਰਾਈਟ। ਸੋ ਇਹ ਕਾਫੀ ਇੰਪੋਰਟੈਂਟ। ਬਾਅਦ ਦੇ ਵਿੱਚ ਫਿਰ ਭਾਈ ਮਣੀ ਸਿੰਘ ਜੀ ਦੁਆਰਾ ਬੇਸਿਕਲੀ ਇਸ ਨੂੰ ਜਿਹੜਾ ਹੈਗਾ ਜੋੜ ਦਿੱਤਾ ਗਿਆ, ਦੁਬਾਰਾ ਸਿੱਖੀਜ਼ਮ ਫਿਰ ਪਾਵਰ ਦੇ ਵਿੱਚ ਆ ਗਿਆ। ਸੋ ਆਪਾਂ ਨੂੰ ਬਸ ਇਹੀ ਪੁੱਛਿਆ ਕਿ ਤਤ ਖਾਲਸਾ ਜਿਹੜਾ ਹੈਗਾ ਭਾਈ ਉਹ ਕਿਹੜੇ ਗੁਰੂ ਸਾਹਿਬਾਨ ਦੁਆਰਾ? ਸੋ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰੋਕਾਰ ਸੀ ਬੇਸਿਕਲੀ, यानी किनू फॉलो करते तो बंदाई खालसा जोड़े है बेसिकली वो बाबा बंदा सिंह बहादुर करते तो तत् खालसा जोड़े है भाई वो गुरु गोबिंद सिंह जी करते। सो याद रखना, सो तत् खालसा गुरु गोबिंद सिंह जी आंसर, ओहो गुरु गोबिंद सिंह जी आंसर आ जाऊगा, गुरु गोबिंद सिंह जी आंसर आ जाऊगा। समझ लगी? चलो इस तो बाद आगे जी, विच वन ऑफ द फॉलोइंग सिख्स नोन एज सुल्तान उल कौम, यानी सुल्तान उल कौम यानी किस नूं कहा जाता सी, किहड़े सिख नूं कहा जाता सी? जस्सा सिंह रामगढ़ी, नवाब कपूर सिंह, महाराजा रणजीत सिंह, नन ऑफ दीज। अच्छा चलो ये पढ़ी जाने, जेकर तुसीं मान लो पंजाब जी के बारे थोड़ा बहुत ये ज्ञान घट है तुहानूं या एक सीक्वेंस दे विच नहीं पता, तो सिर्फ की करना गा तुसीं कुछ नहीं, वैसे तुसीं देख रखी होने काफ़ी ने, तो पंजाब जी के रेस अकैडमी लिख दो पिछे या फिर बाय फनकार लिख दो। ਤੁਹਾਡੇ ਕੋਲ एक 3 घंटे की क्लास आ जाऊगी पंजाब जी के, एक बार पढ़ के देखो तो स्वाद आ जाना राइट। सो ये बहुत सोहनी एक तरह नाल वीडियो है, तुसीं देख लियो राइट। एंड बिल्कुल सही तरीके 3 घंटे पढ़ाया गया राइट। सो सुल्तान उल कौम के नाल टाइटल नवाब कपूर सिंह ने जस्सा सिंह आलूवालिया नूं दिता सी राइट। सो ये काफ़ी इंपॉर्टेंट है, यानी नन ऑफ दीज का आंसर आ जाऊगा। सो जस्सा सिंह आलूवालिया, ताही मैं वीडियो दसी है, उस वीडियो के पता लगूगा कि सुल्तान उल कौम का जोड़ा टाइटल है नवाब कपूर सिंह ने जस्सा सिंह आलूवालिया क्यों दिता सी। इस तो बाद आ गया जी, वैन डिड महाराजा दलीप सिंह डाई, महाराजा दलीप सिंह की मौत कदों हुई है? 1853 1873 1893 है ना। सो 1893 के पैरिस के बेसिकली इन्हों की डैथ हो गई सी। सो याद रखना कि पैरिस के बेसिकली इन्हों की डैथ हो गई सी, महाराजा दलीप सिंह राइट। सब तो छोटे जोड़े पुत्र से महाराजा रणजीत सिंह के, सैकेंड एंगलो या फस्ट एंगलो सिख वार जी रही है उत्थे इन्हों की मौजूदगी रही है। उस तो बाद तुहानूं पता कि ब्रिटिश ने अनैक्स कर लिया 1849 के, इन्हों पैरिस भेजता सी लंडन, तो उत्थे इन्हों की डैथ हो गई 1893 के। वेयर इज़ गुरु रविदास आयुर्वेद यूनीवर्सिटी लोकेटेड? जिन्नियां भी यूनीवर्सिटी सारे दी लोकेशन जरूर याद कर लो, बस एक क्वेश्चन पक्का ही पूछा जाता है। सो जलंधर, पटियाला, लुधियाना, हुशियारपुर। सो ये है भाई आंसर हुशियारपुर। इतने हर वैरायटी में इस करके पाई है ताकि तुसीं इन्हां दियां डिटेल्स पढ़ सको जिहड़ियां भी तुहाडे कोल बुक सोर्स पिया गा। इस तो बाद आ गया जी, विच वन ऑफ द फॉलोइंग वाज द फर्स्ट पंजाबी 3D मूवी? बहुत इंपॉर्टेंट क्वेश्चन है। सो 3D मूवी पहली पंजाबी किहड़ी सीगी? हालांकि सारियां मूवियां बारे जान लो भाई।
ਦ ਫਸਟ ਪੰਜਾਬੀ ਜਿਹੜੀ ਟਾਕੀ ਯਾਨੀ ਬੋਲਣ ਵਾਲੀ ਮੂਵੀ ਜਿਹੜੀ ਸੀਗੀ ਉਹ ਪਿੰਡ ਦੀ ਕੁੜੀ ਸੀ ਭਾਈ, ਪਿੰਡ ਦੀ ਕੁੜੀ। ਇਹ ਯਾਦ ਰੱਖਣਾ ਕਿ 1935-36 ਦੇ ਵਿੱਚ ਸੀ। ਦ ਫਸਟ ਪੰਜਾਬੀ 3D ਮੂਵੀ ਜਿਹੜੀ ਸੀਗੀ ਉਹ ਸੀਗੀ ਭਾਈ ਪਹਿਚਾਨ, ਪਹਿਚਾਨ, ਰਾਈਟ। ਇਹ ਯਾਦ ਰੱਖਣਾ। ਫਸਟ ਪੰਜਾਬੀ 3D ਐਨੀਮੇਸ਼ਨ ਮੂਵੀ ਚਾਰ ਸਾਹਿਬਜ਼ਾਦੇ। ਫਸਟ ਪੰਜਾਬੀ ਮੂਵੀ ਟੂ ਵਿਨ ਨੈਸ਼ਨਲ ਅਵਾਰਡ ਚੰਨ ਪ੍ਰਦੇਸੀ। ਹਾਲਾਂਕਿ ਇੱਥੇ ਕੰਟਰੋਵਰਸੀ ਹੈ, ਚੰਨ ਪ੍ਰਦੇਸੀ ਤੋਂ ਪਹਿਲਾਂ ਵੀ ਨਾਨਕ ਨਾਮ ਜਹਾਜ਼ ਹੈ ਉਸ ਨੂੰ ਨੈਸ਼ਨਲ ਅਵਾਰਡ ਮਿਲ ਗਿਆ ਸੀਗਾ, ਪਰ ਜੇ ਉਹ ਆਪਸ਼ਨ ਦੇ ਵਿੱਚ ਨਾ ਹੋਵੇ ਤਾਂ ਚੰਨ ਪ੍ਰਦੇਸੀ ਆਨਸਰ ਤੁਸੀਂ ਲਾ ਸਕਦੇ ਹੋ। ਇੱਕ ਪੇਪਰ ਸੀਗਾ ਜਿਹਦੇ ਵਿੱਚ ਨਾਨਕ ਨਾਮ ਜਹਾਜ਼ ਹੈ ਆਪਸ਼ਨ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਚੰਨ ਪ੍ਰਦੇਸੀ ਉਹਦਾ ਆਨਸਰ ਆ ਗਿਆ। ਪਰ 1969 ਦੇ ਵਿੱਚ ਨਾਨਕ ਨਾਮ ਜਹਾਜ਼ ਹੈ ਨੂੰ ਨੈਸ਼ਨਲ ਅਵਾਰਡ ਮਿਲ ਗਿਆ ਸੀ, ਰਾਈਟ। ਸੋ ਇੱਥੇ ਤੁਸੀਂ ਨਾਨਕ ਨਾਮ, ਮੈਂ ਸਾਰੀ ਲਿਖਾ ਦਿੰਦਾ ਇੱਕ ਵਾਰੀ। ਦੇਖੋ ਬਹੁਤ ਮਸ਼ਹੂਰ ਹੈ ਗੁਰਦਿਆਲ ਸਿੰਘ ਜੀ ਦੀ ਅੰਨੇ ਘੋੜੇ ਦਾ ਦਾਨ, ਜਿਹੜੀ ਕਿ ਉਸ ਬੁੱਕ ਦੇ ਬੇਸ ਤੇ ਅੰਨੇ ਘੋੜੇ ਦਾ ਦਾਨ, ਅੰਨੇ ਘੋੜੇ ਦਾ ਦਾਨ, ਮੈਂ ਸਾਰਾ ਪੰਜਾਬੀ ਚ ਲਿਖ ਦਿੰਦਾ ਚਲੋ। ਅੰਨੇ ਘੋੜੇ ਦਾ ਦਾਨ ਹੈ ਜਿਹੜਾ ਬੇਸਿਕਲੀ ਇਹਨੂੰ ਨੈਸ਼ਨਲ ਅਵਾਰਡ ਮਿਲਿਆ ਹੋਇਆ। ਇਸ ਤੋਂ ਬਾਅਦ ਹੋਰ ਫਿਲਮ ਕਿਹੜੀਆਂ? ਚੰਨ ਪ੍ਰਦੇਸੀ, ਚੰਨ ਪ੍ਰਦੇਸੀ, ਰਾਈਟ। ਨਾਨਕ ਨਾਮ, ਨਾਨਕ ਨਾਮ ਜਹਾਜ਼ ਹੈ, ਪੰਜਾਬ 1984, ਰਾਈਟ। ਇਹ ਯਾਦ ਰੱਖ ਲਿਓ। ਜਿਹੜੀ ਗੁਰਦਾਸ ਮਾਨ ਦੀ ਸੀਗੀ ਬੂਟਾ ਸਿੰਘ ਮੁਹੰਮਦ, ਹੈ ਨਾ, ਮੁਹੰਮਦ ਬੂਟਾ ਸਿੰਘ, ਸ਼ਹੀਦ ਆਜ਼ਮ ਬੂਟਾ ਸਿੰਘ, ਹੈ ਨਾ। ਸੋ ਮੁਹੰਮਦ ਬੂਟਾ ਸਿੰਘ ਨੂੰ ਬੇਸਿਕਲੀ ਇਹਨਾਂ ਨੂੰ ਵੀ ਜਿਹੜਾ ਹੈਗਾ ਨੈਸ਼ਨਲ ਅਵਾਰਡ ਮਿਲਿਆ ਹੈਗਾ, ਹੈ ਨਾ। ਕਾਫੀ ਫੇਮਸ ਜਿਹੜੀਆਂ ਹੈਗੀਆਂ ਭਾਈ। ਹੋਰ ਮੜੀ ਦਾ ਦੀਵਾ, ਮੜੀ ਦਾ ਦੀਵਾ, ਸੋ ਯਾਦ ਰੱਖ ਸਕਦੇ ਹੋ ਭਾਈ ਜਿਨ੍ਹਾਂ ਨੂੰ ਮਿਲਿਆ ਹੈਗਾ, ਰਾਈਟ, ਨੈਸ਼ਨਲ ਅਵਾਰਡ। ਕਚਹਿਰੀ ਵੀ, ਕਚਹਿਰੀ ਵੀ ਸੀ ਇੱਕ, ਕਚਹਿਰੀ। ਚਲੋ ਖੈਰ ਤੇ ਨਾਮ ਯਾਦ ਰੱਖਣੇ। ਵੈਸੇ ਤਾਂ ਆਹ ਕੁਐਸਚਨ ਪੁੱਛਿਆ ਗਿਆ, ਆਹ ਕੁਐਸਚਨ ਪੁੱਛਿਆ ਗਿਆ, ਬਾਕੀ ਹੋਰ ਕਦੇ ਨਹੀਂ ਪੁੱਛਿਆ ਗਿਆ। ਅੰਨੇ ਘੋੜੇ ਦਾ ਦਾਨ ਤੇ ਮੜੀ ਦਾ ਦੀਵਾ ਵੀ ਪੁੱਛਿਆ ਗਿਆ, ਇਹ ਯਾਦ ਰੱਖ ਸਕਦੇ ਹੋ, ਠੀਕ ਹੈ ਨਾ। ਇੱਕ ਫੋਰਥ ਡਾਇਰੈਕਸ਼ਨ ਕਰਕੇ ਵੀ, ਚੌਥੀ ਕੂਟ, ਚੌਥੀ ਕੂਟ, ਇਸ ਨੂੰ ਵੀ ਨੈਸ਼ਨਲ ਅਵਾਰਡ ਮਿਲਿਆ ਹੈਗਾ। ਕੁੱਲ 12-13 ਮੂਵੀ ਹੈ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਬੇਸਿਕਲੀ ਮਿਲਿਆ ਹੈਗਾ ਪੰਜਾਬੀ। ਅਗਲਾ ਆ ਗਿਆ ਭਾਈ, ਪਹਿਲਾਂ ਤੇ ਕੁਐਸਚਨ ਹੋ ਗਏ, ਯਾਨੀ ਇਹਦਾ ਜਿਹੜਾ ਆਨਸਰ ਆ ਜਾਊਗਾ। ਆਪਾਂ ਨੂੰ ਕੁਐਸਚਨ ਕੀ ਪੁੱਛਿਆ ਗਿਆ? ਫਸਟ ਪੰਜਾਬੀ 3D ਮੂਵੀ ਤਾਂ ਕਿਹੜੀ ਆ ਭਾਈ? ਪਹਿਚਾਨ। ਪਰ ਜੇ ਐਨੀਮੇਸ਼ਨ ਪੁੱਛਿਆ ਜਾਵੇ ਤਾਂ ਫਿਰ ਕਿਹੜੀ ਆਊਗੀ? ਚਾਰ ਸਾਹਿਬਜ਼ਾਦੇ, ਰਾਈਟ। ਹਾਊ ਮੈਨੀ ਡਿਸਟ੍ਰਿਕਟ ਆਰ देयर ਇਨ ਦਾ ਮਾਲਵਾ ਰੀਜਨ? ਮਾਲਵਾ ਰੀਜਨ ਦੇ ਵਿੱਚ ਕਿੰਨੇ ਡਿਸਟ੍ਰਿਕਟ ਆ? ਮਲੇਰਕੋਟਲਾ ਬਣਨ ਤੋਂ ਬਾਅਦ 15 ਹੋ ਗਏ, यानी मालवा, माझा ते दुआबा 15 4 4, बस ये याद रखने, राइट। 15 4 4, पहले 14 4 4 सी, 22 सीगे, हुण 23 हो गए। इस तो बाद आ गया जी अगला क्वेश्चन। माझा रीजन लाइज बिटवीन टू रिवर्स, उन्होंने सारे याद रख लो, माझा दुआबा मलवी सारे याद रख सकते हो, राइट। सो माझा जिहड़ा हैगा भाई वो रावी ते ब्यास आ जाऊगा, है ना, जिन्होंने आपां कहने बाहरी दुआब, राइट हो गया। इस तो बाद ड्यूरिंग मडीवल पीरियड विच सिटी नोन एज विक्रमगढ़? सो विक्रमगढ़ जिहड़ा सीगा भाई वो बठिंडा, है ना, बठिंडा क्या है। बाकी होर बहुत सारे नाम है, टबरहिंद है ना, बठिंडा, बठिंडा, ये सारे नाम आपां कदे ना कदे किसी ना किसी क्वेश्चन दे विच पढ़ते रहांगे। सो मेरे हिसाब दे नाल क्वेश्चन तुहानूं ठीक लगे होणगे। इस तो बाद इन्हां दा तुसीं आंसर दे के जाना है कमेंट बॉक्स दे विच जल्दी जल्दी, बस छोटी जी वीडियो इस करके ताकि मैक्सीमम तो मैक्सीमम तुसीं फायदा चक सको घट टाइम दे विच। तो इन्हां दे आंसर तुसीं कमेंट बॉक्स दे विच पक्का दे के जाने जेकर तुसीं अपनी हाज़री लवाई है, राइट। एंड ते भाई जेकर तुसीं टेस्ट सीरीज ज्वाइन करना चाहुंदे हो, इहो जो कुछ चलदा रहूगा, अपनी अकैडमी ऑफलाइन बठिंडा विजिट कर सकते हो, आ देख लो, ठीक है ना। सो पहला बैच अपना फुल है। सो इस तो बाद जिहड़ा ऑफलाइन बैच है, जेकर तुसीं थ्योरी वगैरह पढ़ना चाहुंदे हो, यानी कि प्रॉपर तरीके दे नाल सिलेबस बैच पढ़ना चाहुंदे हो, तो 18 तरीक नूं अपना सिलेबस बैच है भाई, आ नंबर है जिन्हां ते तुसीं कंटैक्ट करके जानकारी लै सकते हो। बाकी बठिंडे पहुँचो, जिहड़ियां मैं किताबां दस्सी किताबां जरूर फॉलो करियो। बाकी इहो जी सीरीज़ देखने वास्ते सबसक्राइब करते रहो। बाय बाय, टेक केयर। आप होर नवीं नवीं वीडियो मिलते रहेंगे इसे तरीके दे नाल। थैंक यू सो मच, बाय बाय, टेक केयर। बाबा नानक मेहर करे, चढ़दी कला च पढ़ते रहो। थैंक यू सो मच।